ਕੈਨੇਡਾ ਤੇ ਭਾਰਤ ਦੇ ਰਿਸ਼ਤੇ ਪਿਛਲੇ ਕੁਝ ਸਮੇਂ ਤੋਂ ਇੱਕ ਤਣਾਅ ਦੇ ਦੌਰ ਤੋਂ ਗੁਜ਼ਰ ਰਹੇ ਸਨ, ਪਰ ਅੱਜ ਟੋਰਾਂਟੋ ਦੀ ਬੇ ਸਟਰੀਟ ਤੇ ਇਹਨਾਂ ਰਿਸ਼ਤਿਆਂ ਦੀ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ, ਜਿੱਥੇ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਆਪਣਾ ਦੂਸਰਾ ਟ੍ਰੇਡ ਮਿਸ਼ਨ ਟੂ ਇੰਡੀਆ ਲਾਂਚ ਕਰ ਰਿਹਾ ਹੈ, ਜੋ ਸਾਲ 2026 ਲਈ ਦੋਵਾਂ ਮੁਲਕਾਂ ਲਈ ਇੱਕ ਨਵਾਂ ਵਿਜ਼ਨ ਅਤੇ ਆਈਟਨਰੀ ਪੇਸ਼ ਕਰੇਗਾ। ਅੱਜ ਦਾ ਇਹ ਖਾਸ ਇਵੈਂਟ ਇੱਕ ਅਜਿਹੀ ਸ਼ੁਰੂਆਤ ਦਾ ਪ੍ਰਤੀਕ ਹੈ ਜੋ ਦੋਵਾਂ ਦੇਸ਼ਾਂ ਵਿਚਕਾਰ ਬਿਹਤਰ ਵਪਾਰ ਸੰਬੰਧ, ਨਿਵੇਸ਼ ਅਤੇ ਸੱਭਿਆਚਾਰਕ ਪਾਰਟਨਰਸ਼ਿਪਸ ਨੂੰ ਮਜ਼ਬੂਤ ਕਰੇਗਾ। ਮੌਕੇ ਤੇ ਮੌਜੂਦ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਇੱਕ ਗੱਠਜੋੜ ਨਵੇਂ मौके खोलेगा। फेमस मजाक है कि कनाडा कोई नहीं आता वेदर के लिए, सभी आते हैं इकोनॉमिक अपॉर्चुनिटीज़ के लिए। यहाँ पे स्टेबल इकॉनमी है और उस इकॉनमी को स्टेबल रखने के लिए, उस इकॉनमी को ग्रो करने के लिए ट्रेड जब बढ़ेगा तो संबंध भी बढ़ेंगे। जब संबंध बनेंगे तो जो भारतीय चाहे कनाडा में हैं या भारत में हैं, उन दोनों के बीच में जो रिश्ते हैं वो ईजी हो जाएंगे, आपको ट्रैवल करना और आसान हो जाएगा। ये तभी होगा अगर इकोनॉमिक संबंध बनेंगे। हाल ही विच कैनेडा ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਨਾਇਗਰਾ ਰੀਜਨ ਵਿੱਚ G7 ਵਿਦੇਸ਼ ਮੰਤਰੀਆਂ ਦੀ ਇੱਕ ਮੀਟਿੰਗ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨਿਅਮ ਜੈਸ਼ੰਕਰ ਦੀ ਮੇਜ਼ਬਾਨੀ ਕੀਤੀ ਸੀ, ਜਿੱਥੇ ਉਹ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਗਤੀ ਦੇਣ ਲਈ ਇਸ ਸਾਲ ਵਿੱਚ ਤੀਸਰੀ ਵਾਰ ਮਿਲੇ, ਜਿਸ ਵਿੱਚ ਊਰਜਾ, ਵਪਾਰ ਅਤੇ ਨਿਵੇਸ਼ ਸੰਬੰਧ ਸ਼ਾਮਿਲ ਹਨ। ਟ੍ਰੇਡ ਮਿਸ਼ਨ ਟੂ ਇੰਡੀਆ ਦੇ ਰਾਕੇਸ਼ ਕੰਟਾਰੀਆ ਨੇ ਦੱਸਿਆ ਕਿ ਇਹਨਾਂ ਖੇਤਰਾਂ ਨੂੰ ਮੁੱਖ ਰੱਖਦਿਆਂ ਉਹਨਾਂ ਦਾ ਟੀਚਾ ਦੋਵੇਂ ਦੇਸ਼ਾਂ ਦੇ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਜੋੜਨਾ ਹੈ। Like example, a specific area, Canada is good in the pulses. Canada is good in some agro-tech product. Same way, India is good in some of the technology. And somehow we want एक दूसरे के साथ टाई अप करके एंटरप्रेन्योर को कनेक्ट कराते हैं। अलग अलग शहरों में जो कि छोटे लेवल पे है, वहाँ पे रियल पोटेंशियल है, तो वो छोटे शहरों में हमको कैसे एक्सप्लोर किया जाए, इसलिए हम काम कर सकते हैं। ਟੋਰਾਂਟੋ ਵਿੱਚ ICICI ਬੈਂਕ ਵਿੱਚ ਲਾਂਚ ਕੀਤਾ ਗਿਆ ਇਹ ਕੈਨੇਡਾ ਤੋਂ ਦੂਸਰਾ ਟ੍ਰੇਡ ਮਿਸ਼ਨ ਟੂ ਇੰਡੀਆ ਹੈ, ਜੋ ਜਨਵਰੀ 2026 ਤੋਂ ਡੈਲੀਗੇਸ਼ਨਸ ਨੂੰ ਭਾਰਤ ਭੇਜੇਗਾ। ਇਹ ਡੈਲੀਗੇਸ਼ਨਸ ਐਨਰਜੀ, ਇਲੈਕਟ੍ਰੋਨਿਕਸ ਮੈਨੂਫੈਕਚਰਿੰਗ, IT ਵਿੱਚ ਖਾਸ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਫਾਰਮਾਸਿਊਟੀਕਲ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰੇਗਾ। ਜ਼ਿਕਰਯੋਗ ਹੈ ਕਿ ਮੌਕੇ ਤੇ ਕੌਂਸੂਲੇਟ, ਬਿਜ਼ਨਸ ਲੀਡਰ, ਬੈਂਕਿੰਗ ਲੀਡਰ ਅਤੇ ਕਮਿਊਨਿਟੀ ਮੈਂਬਰਸ ਇਕੱਠੇ ਹੋ ਕੇ ਇੱਕ ਸਾਫ਼ ਸੁਨੇਹਾ ਦੇ ਰਹੇ ਸਨ ਕਿ ਵਪਾਰਕ ਰਿਸ਼ਤਿਆਂ ਨੂੰ ਮੁੜ ਜ਼ਿੰਦਾ ਕਰਨਾ ਹੁਣ ਲੋੜ भी है ਅਤੇ मौका भी। इंडिया इतना बड़ी इकोनॉमी है और कनाडा इतनी बड़ी G7 का पार्ट है और इतना बड़ा देश है, और कनाडा इंडिया हैव अ लॉन्ग टाइम हिस्ट्री फॉर ट्रेड एंड पीपल टू पीपल रिलेशन, एंड एज पर द फैक्ट इन दिस टैरिफ वार वी नीड Canada need a good alliance and India is a best partner. Our pension plans have a permanent investment in India, 6 to 7% I believe, CPP. That's our permanent mark between both country. तो उसका बेनिफिट मिड कैप बिजनेसमैन को मिलना चाहिए, और ये 3 टाइम मल्टी बिजनेस इकोनॉमिक डेवलप करनी है, 30 बिलियन टू 90 बिलियन इज ओनली हैपन विद मिड कैप बिजनेस फ्रॉम बोथ साइड स्टार्ट एंड ग्रो, और वो होके रहेगा। ਜ਼ਿਕਰਯੋਗ ਹੈ ਕਿ ਕੈਨੇਡਾ ਤੇ ਭਾਰਤ ਵਿਚਕਾਰ ਸੰਬੰਧ ਉਦੋਂ ਵਿਗੜ ਗਏ ਸਨ ਜਦ 2023 ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ, ਜਿਨ੍ਹਾਂ ਨੂੰ ਭਾਰਤ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਇਸ ਉਪਰੰਤ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਚਰਚਾ ਬੰਦ ਹੋ ਗਈ ਅਤੇ ਦੋਵੇਂ ਦੇਸ਼ਾਂ ਨੇ ਆਪਣੇ ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ ਸੀ, ਪਰ ਸਾਲ 2025 ਦੇ ਫੈਡਰਲ ਇਲੈਕਸ਼ਨਸ ਉਪਰੰਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਰੁਕੀ ਹੋਈ ਗੱਲਬਾਤ ਨੂੰ ਮੁੜ ਸੁਰਜੀਤ ਕੀਤਾ ਅਤੇ ਨਵੇਂ ਡਿਪਲੋਮੈਟਸ ਨਿਯੁਕਤ ਕੀਤੇ ਗਏ ਅਤੇ ਹੁਣ ਤੱਕ ਦੋਵੇਂ ਧਿਰਾਂ ਦੇ ਮੰਤਰੀਆਂ ਨੇ 3 ਵਾਰ ਮੁਲਾਕਾਤ ਕਰ ਲਈ ਹੈ। ਮੌਕੇ ਤੇ ਪਹੁੰਚੇ ਭਾਰਤ ਦੇ ਕੌਂਸਲ ਜਨਰਲ ਇਨ ਟੋਰਾਂਟੋ ਨੇ ਕਿਹਾ ਕਿ ਇਹ ਮੌਕਾ ਰੀਸੈਟ ਬਟਨ ਦਬਾਉਣ ਦਾ ਹੈ। पूरे वर्ल्ड में अभी एक ट्रांसफॉर्मेशन हो रहा है, हर जगह की चीज़ें बदल रही हैं, ट्रेड रिलेशंस बदल रहे हैं, बिजनेस डायनेमिक्स बदल रहे हैं। इसमें हर कंट्री को एक अच्छा मौका है रीसेट करने का, हर अच्छा मौका है नई अपॉर्चुनिटी को ढूंढने का। तो मैं तो ये कहूँगा कि इंडिया और कनाडा दोनों के लिए एक अच्छा मौका है। पहले की जो चीज़ें हुई हैं उसको नज़रअंदाज करके आगे जो अपॉर्चुनिटीज़ है उसको लेने के लिए दोनों कंट्रीज़ के पास मौका है। रश्मीन रूपाल, ओमनी न्यूज़।